मैं वहाँ साकब मुश्ताक तुसी वेख रहे हो साकब की दुनिया 8232। उम्मीद है कि सारे भाई ठीक होंगे। असी अज आए हैं भाई अजमल हुणा को और इन्हों को सन ग्रो की तरफों भी बंदे आए हुए ने ते इन्हों को इस वक्त पूछांगे नरमे नूं पानी के मुतलक ते भी इन्हों केड़ी स्प्रे इस वक्त जरूरी है। तो आओ इन्हों नाल गलबात करने हैं। पहलो भाई अजमल नाल गल करते हैं। अस्सलाम वालेकुम भाई जान। वालेकुम सलाम जी। की हाल चाल है भाजी? ठीक ठाक। होर भाई साकब? अलहमदुलिल्लाह जी। अच्छा भाई अजमल ये नरमे नूं पानी लाया जी अज? हाँ जी भाजी। किनवा पानी है? ये पानी अनगिनती हो चले जी तकरीबन ये चौथे महीने की 10 तरीक नूं लाया ते 8 दिन पानी लाई जा रहे हैं। अच्छा ते भाई हुणी गड्डी ते जेड़े आए किहड़े आए ते क्यों आए ने? भाई साडी हुंड मारन आए हैं। अच्छा भाई अजमल क्यों आए ने? ये भाई हुणे आए आ जी नरमे नूं चेक करने। नरमे दे डॉक्टर ने। अच्छा हाँ जी हुण सानू दवाइयां लिख के देणगे फिर असां नरमे नूं करांगे। ये केड़ी कंपनी दी तरफों आए ने? ये जी कंपनी है सन ग्रो तहफज। अच्छा हाँ जी। ये तकरीबन कितनी दफा आ चुके ने? ये जी साडे जदी पुश्ती दाच ही आए आ। नरमे दी काश्त करन तो बाद कदों किन्ने ये जी चक्कर ला हर गए? इन्हां ने साडे कोल आउणा हुंदा जी। अच्छा हाँ इस जी। वक्त हुण केड़ी बीमारी दसदे ने? ये कह रहे जी चिट्टा मच्छर आया अच्छा ते सब्ज तेला आया ते हाँ कन्ने जी। जूआं जी आईयां। साडी गल कराओ ना इन्हां नाल ताकि पता लगे। साहब आए जी अफसर है जी। अस्सलाम वालेकुम भाई। वालेकुम सलाम साकब भाई की हाल है? अलहमदुलिल्लाह जी शुक्र है अल्लाह पाक दा। अच्छा भाई इस वक्त किहड़ियां चीज़ां जरूरी है जिहड़ियां कि किसान भाई नूं जां जिमींदारां नूं करनियां जरूरी है नरमे दे बारे? साकब भाई सब तो पहले तो जिहड़ा ना जिमींदार नूं अपनी फसल का मुआयना हर हफ्ते 1 ਤੋਂ 2 दफ़ा लाजमी करना चाहिए। अच्छा जी। अजकल सफेद मक्खी और सब्ज तेला और थ्रिप्स हाँ जी। तीन चीज़ों का अटैक बहुत ज़्यादा आ रहा। हाँ जी। और बारिशों की वजह तो जिथे साइटो नरमा लग्या है हाँ जी। उस जगह के उपर फ्यूजेरियम विल्ट जिहड़ी है जे जिसनूं असीं फंगस कहने आ। अच्छा ये भी अजकल काफ़ी ज़्यादा अटैक कर रही है। सही हो गया जी। ਜਿਹੜਾ ਹੈ ਜੇ ਥ੍ਰਿਪਸ ਇਹ ਜਿਸ ਤਰੀਕੇ ਨਾਲ ਦੇਖੋ ਕਿ ਇਹ ਪੱਤਾ ਹੈ ਪਿਛਲੀ ਬਿਲਕੁਲ ਸਾਈਡ ਜੀ। ਤੇ ਚਾਂਦੀਨਮਾ ਬਣ ਗਿਆ ਹੈ। ਅਗਰ ਬਲੈਕ ਜਿਹਾ ਹੋਇਆ ਹੈ। ਹਾਂਜੀ ਇਹ ਚਾਂਦੀਨਮਾ ਹੋ ਜਾਂਦਾ ਹੈ। ਇਹ ਬਿਮਾਰੀ ਨੂੰ ਕੀ ਕਹਿੰਦੇ ਆ? ਇਸ ਨੂੰ ਥ੍ਰਿਪਸ ਕਹਿੰਦੇ ਆ। ਅੱਛਾ ਅੱਛਾ। ਔਰ ਜਿਹੜੀ ਸਫੈਦ ਮੱਖੀ ਹੈ ਜਿਸ ਤਰੀਕੇ ਨਾਲ ਕਿ ਇਹ ਪੱਤਾ ਹੈ ਜੀ हाँ जी। ਇਸ ਦੇ ਉੱਪਰ ਇਹ ਕਾਲੇ ਕਾਲੇ ਫੰਗਸ ਆਣੀ ਸ਼ੁਰੂ ਹੋ ਗਈ ਹੈ ਅਟੈਕ जी, ਕਰਨ हाँ ਲੱਗ ਪਿਆ ਹੈ। ਇਸ ਦੇ ਉੱਪਰ ਸਬਜ਼ ਤੇਲਾ ਵੀ ਬੈਠਾ ਹੈ। ਇਹ ਵੇਖੋ ਜੀ ਬਿਲਕੁਲ ਤੁਹਾਨੂੰ ਠੀਕ ਨਜ਼ਰ ਹੈ। ਆ ਰਿਹਾ ਹੋਏਗਾ ਜੀ ਭਾਈ। ਤੇ ਇਹ ਜਿਹੜੀ ਹੈ ਜੇ ਇਹ ਸਫੈਦ ਮੱਖੀ ਦੀ ਪਹਿਲੀ ਨਿਸ਼ਾਨੀ ਹੈ ਕਿ ਪੱਤੇ ਤੁਹਾਡੇ ਚਿਪਕੇ ਜਿਸ ਤਰੀਕੇ ਨਾਲ ਪੱਤਿਆਂ ਦੇ ਉੱਪਰ ਤੇਲ ਆ ਜਾਂਦਾ ਉਸ ਦੇ ਉੱਪਰ ਬਾਅਦ ਵਿੱਚ ਇੱਕ ਫੰਗਸ ਹੈ ਜਿਸ ਨੂੰ ਕਿਹਾ ਜਾਂਦਾ ਸੂਪੀ ਮੋਲਡ। ਅੱਛਾ ਉਹ ਗਰੋ ਕਰ ਜਾਂਦੀ ਹੈ ਜਿਹਦੀ ਵਜ੍ਹਾ ਤੋਂ ਪੱਤਾ ਜਿਹੜਾ ਬਿਲਕੁਲ ਕਾਲਾ ਹੋ ਜਾਂਦਾ ਹੈ। ਪੱਤੇ ਦਾ ਖੁਰਾਕ ਬਣਾਉਣ ਦਾ ਅਮਲ ਮੁਤਾਸਰ ਹੋ ਜਾਂਦਾ ਹੈ ਔਰ ਪੱਤਾ ਗਿਰ ਜਾਂਦਾ ਹੈ ਔਰ ਆਟੋਮੈਟਿਕ ਜਿਹੜੀ ਇਹਦੀ ਪੈਦਾਵਾਰ ਦੇ ਵਿੱਚ ਕਮੀ ਆ ਖਾਸਾ ਜਾਂਦੀ। ਨੁਕਸਾਨ ਕਰਦਾ। ਸਹੀ ਹੋ ਗਿਆ ਜੀ। ਇਸ ਦੇ ਸੱਦੇ ਬਾਬ ਇਹ ਵਾ ਕਿ ਇਸ ਨੂੰ ਟਾਈਮ ਦੇ ਉੱਪਰ हाँ जी। ETL ਲੈਵਲ ਜਿਹੜੀ ਇਹਦੀ ਮਾਸ਼ੀ ਹੱਦ ਹੁੰਦੀ ਹੈ ਕੀੜੇ ਦੀ ਇਸ ਤੋਂ ਪਹਿਲੇ ਇਸ ਨੂੰ ਸਪਰੇਅ ਕਰਕੇ ਅੱਛਾ ਜੀ। ਕੰਟਰੋਲ ਕੀਤਾ ਜਾਂਦਾ। ਸਹੀ ਹੋ ਗਿਆ। ਤੇ ਔਰ ਕੀ ਯਾਨੀ ਕਿ ਇਸ ਵਕਤ ਪਾਣੀ ਕਿੰਨੇ ਕਿਸ ਤਰ੍ਹਾਂ ਲਾਉਣ ਜ਼ਿਮੀਂਦਾਰ? ਪਾਣੀ ਜਿਹੜੀ ਖਾਦ ਜਾਂ ਪਾਣੀ? ਪਾਣੀ ਜੀ ਇਹ ਜਿਸ ਤਰੀਕੇ ਨਾਲ ਫਰੂਟਿੰਗ ਦੇ ਉੱਪਰ ਆਇਆ ਹੋਇਆ ਮਾਸ਼ਾਅੱਲਾ ਦੇਖੋ ਕਿ ਹਰ ਪੌਦੇ ਨਾਲ 15 20 ਚੁੰਡੀਆਂ ਲੱਗੀਆਂ ਹੋਈਆਂ ਫਲ ਅੱਛਾ। ਆਇਆ ਹੋਇਆ ਹੈ। ਇਸ ਟਾਈਮ ਇਸ ਦੇ ਉੱਪਰ ਸਭ ਤੋਂ ਜ਼ਿਆਦਾ ਜਿਹੜਾ ਹੈ ਫਾਸਫੋਰਸ ਮਿਕਦਾਰ ਜਿਹੜੀ ਹੈ ਜੇ ਉਹ ਦਿੱਤੀ ਜਾਣੀ ਚਾਹੀਦੀ ਖਾਦ ਦੇ ਤੌਰ ਤੇ। ਅੱਛਾ ਹਲਕੀ ਜਿਹੀ ਨਾਈਟ੍ਰੋਜਨ ਮਿਕਦਾਰ ਵੀ ਦੇਣੀ ਚਾਹੀਦੀ हाँ ਹੈ जी। ਜੀ। ਸਾਡੇ ਕੋਲ ਫਾਸਟਿਕ ਹੈ ਜੇ DAP ਦੇ ਮੁਤਬਾਦਲ ਔਰ ਨਾਈਟ੍ਰਕਸ ਹੈ ਜੇ ਯੂਰੀਆ ਦੇ ਮੁਤਬਾਦਲ। ਹੂੰ। ਇਸ ਟਾਈਮ ਖਾਦ ਦਾ ਵੀ ਇਸ ਨੂੰ ਭਰਪੂਰ ਦੇਣਾ ਚਾਹੀਦਾ ਔਰ ਜਿਹੜਾ ਪਾਣੀ ਹੈ ਜੇ ਪਾਣੀ ਜਿਸ ਤਰੀਕੇ ਨਾਲ ਕਿ ਖੇਲੀਆਂ ਪਟੜੀਆਂ ਦੇ ਉੱਪਰ ਅਸੀਂ ਕਾਸ਼ਤ ਕਰਦੇ ਹਾਂ हाँ जी। ਉਸ ਨੂੰ ਤਾਂ ਹਰ ਹਫਤੇ ਬਾਅਦ ਪਾਣੀ ਲੱਗਣਾ ਚਾਹੀਦਾ ਔਰ ਜਿਹੜੀ ਡਰਿਲ ਕਾਸ਼ਤ ਹੈ ਇਸ ਜੀ, ਜੀ। ਨੂੰ 21ਵੇਂ ਦਿਨ ਵੀ ਲੱਗ ਅੱਛਾ। ਜਾਵੇ ਤਾਂ ਕੋਈ ਮਸਲਾ ਨਹੀਂ ਹੈ। ਅੱਛਾ ਅੱਛਾ ਸਹੀ ਹੋ ਗਿਆ। ਅੱਛਾ ਭਾਈ ਇਹ ਸਪਰੇਅ ਕਿੰਨੇ ਦਿਨ ਕਰਨੀ ਚਾਹੀਦੀ ਇਹਨੂੰ? ਸਪਰੇਅ ਜੀ ਜਿਸ ਟਾਈਮ ਜ਼ਰੂਰਤ ਪਵੇ ਅੱਛਾ ਇਹ ਉਸ ਟਾਈਮ ਸਫੈਦ ਮੱਖੀ ਦਾ ਜਿਹੜਾ ਸਪਰੇਅ ਆ ਇਹ ਹਫਤੇ ਬਾਅਦ ਰਿਪੀਟ ਲਾਜ਼ਮੀ ਕਰਨਾ ਚਾਹੀਦਾ ਹੈ। ਸਹੀ ਹੋ ਗਿਆ। ਉਸ ਦੇ ਨਾਲ ਇਹ ਵਾ ਕਿ ਇਸ ਦੀ ਕਲੋਨੀ ਖਤਮ ਹੋ ਜਾਂਦੀ ਹੈ ਇੱਕ ਵਾਰੀ ਜਿਸ ਟਾਈਮ ਕਲੋਨੀ ਫਲੋ ਖਤਮ ਹੋ ਜਾਵੇ ਫਿਰ 21 ਦਿਨ ਦਾ ਜਿਹੜਾ ਵਕਫਾ ਸਾਡੀ ਅੱਛਾ ਫਸਲ ਨੂੰ ਅੱਛਾ ਮਿਲ ਜਾਂਦਾ ਹੈ। ਸਹੀ। ਅੱਛਾ ਭਾਈ ਇਹ ਜਿਹੜੀਆਂ ਤੁਸੀਂ ਬਿਮਾਰੀਆਂ ਦਸੀਆਂ ਨੇ ਹਾਂਜੀ ਇਹ ਕੀ ਹਰ ਯਾਨੀ ਖੇਤ ਜਾਂ ਇਲਾਕੇ 'ਚ ਇਹੀ ਬਿਮਾਰੀ ਚੱਲ ਰਹੀ ਹੈ ਜਾਂ ਡਿਫਰੈਂਟ ਨਹੀਂ ਜੀ, ਨੇ? ਮੁਖਤਲਿਫ ਹੁੰਦੀਆਂ ਜੇ ਇਹ ਹਰ ਖੇਤ ਦੇ ਵਿੱਚ ਨਹੀਂ ਹੁੰਦਾ ਖਾਸ ਕਰ ਜਿੱਥੇ ਛਦਰਾਈ ਪ੍ਰੋਪਰ ਵਕਫਾ ਹੋਵੇ ਨਾ ਪੌਦੇ ਤੋਂ ਪੌਦੇ ਦਾ ਅੱਛਾ। ਉੱਥੇ ਬਿਮਾਰੀ ਸਫੈਦ ਮੱਖੀ ਇਹ ਕੰਮ ਹੋਏਗੀ। ਹੂੰ। ਬਾਕੀ ਜਿਹੜਾ ਸਬਜ਼ ਤੇਲਾ ਤਕਰੀਬਨ ਹਰ ਖੇਤ ਦੇ ਵਿੱਚ ਉਸ ਦੀ ਵਜ੍ਹਾ ਇਹ ਵਾ ਕਿ ਜਿਹੜੀ ਬਾਰਿਸ਼ ਹੋਈ ਨਾ ਪਿਛਲੇ ਹਾਂਜੀ। ਦਿਨਾਂ ਦੇ ਵਿੱਚ ਹਵਾ ਦੇ ਵਿੱਚ ਨਮੀ ਬਣਨ ਦੀ ਵਜ੍ਹਾ ਤੋਂ ਸਬਜ਼ ਤੇਲਾ ਦਾ ਅਟੈਕ ਜ਼ਿਆਦਾ ਹੋ ਗਿਆ। ਅੱਛਾ ਅੱਛਾ ਤੇ ਸਹੀ ਹੋ ਬਾਕੀ ਜਿਹੜੀ ਗਿਆ। ਹੈ ਫਿਊਜ਼ੀਰੀਅਮ ਹੈ ਫੰਗਸ ਹੈ ਜੇ ਇਹ ਵੀ ਬਾਰਿਸ਼ ਦੀ ਵਜ੍ਹਾ ਤੋਂ ਇਹ ਤਕਰੀਬਨ ਮੋਸਟਲੀ ਪਲਾਟਾਂ ਦੇ ਵਿੱਚ ਆਈ ਹੋਈ ਹੈ। ਅੱਛਾ ਅੱਛਾ। ਅੱਛਾ ਭਾਈ ਅਗਰ ਬਾਰਿਸ਼ ਹੋ ਜਾਏ ਇਸ ਟਾਈਮ ਇਹ ਨਰਮੇ ਨੂੰ ਫਾਇਦੇਮੰਦ ਹੈ ਜਾਂ ਨੁਕਸਾਨ ਨਹੀਂ, ਹੁਣ ਹੈ? ਜਿਹੜੀ ਅਗਰ ਬਾਰਿਸ਼ ਹੁੰਦੀ ਹੈ ਤੇ ਇਹ ਜ਼ਰਾ ਨੁਕਸਾਨ ਕਰਦੀ ਹੈ। ਅਗਰ ਹਫਤੇ 10 ਦਿਨਾਂ ਤੱਕ ਹੋਏਗੀ ਤੇ ਉਹ ਫਾਇਦੇਮੰਦ ਹੀ ਹੈ। ਅੱਛਾ। ਔਰ ਜ਼ਿਆਦਾ ਬਾਰਿਸ਼ ਨਹੀਂ ਹੋਣੀ ਚਾਹੀਦੀ ਹੈ।
ਜਿਸ ਤਰੀਕੇ ਨਾਲ ਪਹਿਲੇ ਹਲਕੀ ਜੀ ਬਾਰਿਸ਼ ਹੋਈ ਹੈ, ਅਗਰ ਇਸ ਤਰੀਕੇ ਨਾਲ ਹੋ ਜਾਏ ਤਾਂ ਮਸਲਾ ਨਹੀਂ ਹੈ ਜੀ। ਜ਼ਿਆਦਾ ਬਾਰਿਸ਼ ਜਿਹੜੀ ਹੈ ਜੇ ਉਹ ਨਰਮੇ ਦੀ ਫਸਲ ਦੇ ਉੱਪਰ ਜਿਹੜਾ ਨਾ ਫੰਗਸ ਦਾ ਅਟੈਕ ਵੀ ਲੈ ਕੇ ਆਉਂਦੀ, ਬਿਮਾਰੀਆਂ ਦਾ ਅਟੈਕ ਵੀ ਉਸ ਦੇ ਨਾਲ ਆ ਜਾਂਦਾ ਹੈ ਤੇ ਪੌਦੇ ਜਿਹੜੇ ਆ ਮੁਰਝਾਣੇ ਸ਼ੁਰੂ। ਅੱਛਾ ਭਾਈ, ਆਪਣਾ ਇਲਾਕਾ ਵੀ ਦੱਸੋ ਨਾ, ਕਿਸ ਇਲਾਕੇ ਵਿੱਚ ਤੁਸੀਂ ਗੱਲ ਕਰ ਰਹੇ ਹੋ? ਇਲਾਕੇ ਇਸ ਟਾਈਮ ਜਿਹੜਾ ਅਸੀਂ ਖੜੇ ਆ 110 ਫਤਿਹ ਜੀ ਤਹਿਸੀਲ ਚਿਸ਼ਤੀਆਂ ਜ਼ਿਲ੍ਹਾ ਬਹਾਵਲ ਨਗਰ ਦੇ ਸਹੀ ਹੋ ਗਿਆ ਜੀ। ਔਰ ਅਜਮਲ ਕੰਬੋਜ ਸਾਹਿਬ ਦੇ ਔਰ ਅਰਸ਼ਦ ਕੰਬੋਜ ਸਾਹਿਬ ਇਹ ਉਹਨਾਂ ਦੇ ਫਾਰਮ ਦੇ ਉੱਪਰ ਜੀ ਮਾਸ਼ਾਅੱਲਾ ਜੀ। ਔਰ ਇਹਨਾਂ ਦਾ ਮਾਸ਼ਾਅੱਲਾ ਤਕਰੀਬਨ 2 ਮਰਬੇ ਦਾ ਜ਼ਿਮੀਦਾਰ ਹੈ ਜੀ ਬਿਲਕੁਲ। ਅੱਛਾ ਭਾਈ, ਕਿੰਨੇ ਕੁ ਯਾਨੀ ਏਰੀਆ ਤੁਹਾਡੇ ਕੋਲ ਹੈ? ਸਾਡੇ ਕੋਲ ਜੀ ਤਹਿਸੀਲ ਚਿਸ਼ਤੀਆਂ ਜਿਹੜੀ ਹੈ ਪੂਰੀ ਮੇਰੇ ਕੋਲ ਹੈ ਜੀ। ਅੱਛਾ ਔਰ ਅਸੀਂ ਰੋਜ਼ਾਨਾ ਵਿਜ਼ਿਟ ਕਰਦੇ ਹਾਂ। ਇਲਾਕੇ ਵੰਡੇ ਹੁੰਦੇ ਤੁਸੀਂ? ਇਲਾਕੇ ਨਹੀਂ, ਸਾਡੇ ਵਿਜ਼ਿਟ ਹੁੰਦੇ ਨੇ ਹਰ ਦਿਨ ਦੇ ਮੁxtਲਫ ਇਲਾਕਿਆਂ ਦੇ ਵਿੱਚ ਨਾ ਸਾਡੇ ਵਿਜ਼ਿਟ ਹੁੰਦੇ ਨੇ। ਸਹੀ ਜਾਈਦਾ ਹੈ ਲੋਕਾਂ ਦੇ ਨਾਲ ਜੀ ਫਸਲ ਦੇ ਬਾਰੇ ਕਿਸਾਨ ਭਾਈ ਨੂੰ ਮਸ਼ਵਰਾ ਦੇ ਕੇ ਆਉਂਦੇ ਹੋ? ਹਾਂਜੀ ਬਿਲਕੁਲ ਜੀ, ਕਿਸਾਨਾਂ ਨੂੰ ਬਿਮਾਰੀ ਦੇ ਹਿਸਾਬ ਨਾਲ। ਬਿਲਕੁਲ ਜੀ। ਹੋਰ ਇਸ ਵਕਤ ਮੁਫੀਦ ਮਸ਼ਵਰੇ ਕੋਈ ਕਿਸਾਨ ਭਾਈ ਨੂੰ ਦੇਣਾ ਚਾਹੋ? ਬਾਕੀ ਜੀ ਇਨਸ਼ਾਅੱਲਾ ਜ਼ਰੂਰ, ਅਗਰ ਕੋਈ ਦੋਸਤ ਹੈ ਨੇ ਤੇ ਅਸੀਂ ਉਹਨਾਂ ਦੇ ਫੀਲਡ ਵਿਜ਼ਿਟ ਕਰਕੇ ਜਿਹੜਾ ਉਹਨਾਂ ਦਾ ਮੌਜੂਦਾ ਉਸ ਟਾਈਮ ਮਸਲਾ ਹੋਏਗਾ ਉਸ ਦੇ ਮੁਤਾਬਕ ਅਸੀਂ ਇਸ ਨੂੰ ਮਸ਼ਵਰਾ ਦੇਈਦਾ ਹੈ। ਬਿਲਾ ਵਜ੍ਹਾ ਮਸ਼ਵਰਾ ਵੀ ਨਹੀਂ ਹੈ। ਸਹੀ ਗੱਲ ਹੈ। ਚੈੱਕ ਕਰਨ ਤੋਂ ਬਾਅਦ ਪਹਿਲੇ ਫਸਲ ਚੈੱਕ ਕਰਨੀ, ਉਸ ਤੋਂ ਬਾਅਦ ਉਸ ਨੂੰ ਮਸ਼ਵਰਾ ਦੇਣਾ ਕਿ ਤੁਹਾਡੀ ਫਸਲ 'ਚ ਇਹ ਬਿਮਾਰੀ ਤੇ ਤੁਸੀਂ ਇਸ ਦਾ ਸੱਦੇਬਾਬ ਇਹ ਕਰ ਲਓ। ਸਹੀ ਹੋ ਔਰ ਅਗਰ ਗਿਆ। ਤੁਹਾਡੀ ਫਸਲ ਨੂੰ ਕੀ ਖਾਦ ਦੀ ਜ਼ਰੂਰਤ ਹੈ ਤੇ ਉਸ ਨੂੰ ਉਸ ਦੇ ਮੁਤਾਬਕ ਦੱਸੀ ਜਾਏ ਕਿ ਇਸ ਟਾਈਮ ਇਹ ਖਾਦ ਪਾਉਂਗੇ ਤੇ ਜ਼ਿਆਦਾ ਬੈਨੀਫਿਟ। ਅੱਛਾ ਭਾਈ, ਹਰ ਕਿਸਾਨ ਨੇ, ਜ਼ਿਮੀਂਦਾਰ ਭਾਈ ਨੇ ਮੁਖਤਲਫ ਬੀਜ ਬੀਜੇ ਹੁੰਦੇ ਆ ਜੀ ਤੇ ਇਹ ਬੀਜ ਦੇ ਹਿਸਾਬ ਨਾਲ ਵੀ ਬਿਮਾਰੀ ਲੱਗਦੀ ਹੈ? ਜੀ ਬਿਲਕੁਲ, ਬੀਜ ਦੇ ਹਿਸਾਬ ਦੇ ਨਾਲ ਵੀ ਹੁੰਦੀ ਹੈ, ਲੇਕਿਨ ਸਾਡਾ ਇੱਕ ਆਮ ਰੂਟੀਨ ਹੈ ਜੇ ਕਿ ਸਾਡਾ ਇੱਕ ਮਾਈਂਡ ਸੈਟ ਬਣਿਆ ਹੋਇਆ ਕਿ ਸਾਈਟੋ ਦੇ ਉੱਪਰ ਬਿਮਾਰੀ ਨਹੀਂ ਆਉਂਦੀ। ਅੱਛਾ। ਲੇਕਿਨ ਜਿਸ ਤਰੀਕੇ ਨਾਲ ਦੋਸਤਾਂ ਨੂੰ ਮੈਂ ਦਿਖਾ ਰਿਹਾ ਸੀ ਅੱਗੇ ਪੱਤੇ, ਇਸ ਟਾਈਮ ਮੈਂ ਸਾਈਟੋ ਪਲਾਟ ਦੇ ਵਿੱਚ ਅਸੀਂ ਖੜੇ ਹਾਂ। ਅੱਛਾ। ਔਰ ਇਸ ਦੇ ਵਿੱਚ ਸਫੈਦ ਮੱਖੀ ਔਰ ਸਬਜ਼ ਤਿਲ ਔਰ ਥ੍ਰਿਪਸ ਤਿੰਨੀ ਚੀਜ਼ਾਂ ਮੌਜੂਦ ਹੈ। ਆਪਣੇ ਇਸ ਇਲਾਕੇ ਜ਼ਿਆਦਾ ਕਿਸ ਬੀਜ ਦੀ? ਸਾਈਟੋ ਆਪਣੇ ਇਸ ਇਲਾਕੇ ਸਾਈਟੋ ਬੀਜ ਜ਼ਿਆਦਾ ਕਾਸ਼ਤ ਹੋਇਆ ਹੈ। ਉਹਦਾ ਪਿੱਛੇ ਮਾਈਂਡ ਸੈਟ ਵੀ ਇਹ ਸੀ ਕਿ ਸਾਨੂੰ ਸਪਰੇਵਾਂ ਦੇ ਖਰਚੇ ਨਹੀਂ ਹੋਣਗੇ। ਲੇਕਿਨ ਜੋ ਇਸ ਟਾਈਮ ਅਸੀਂ ਸੂਰਤ-ਏ-ਹਾਲ ਦੇਖ ਰਹੇ ਹਾਂ ਉਹ ਇਹ ਵਕਤ ਵੀ ਤਕਰੀਬਨ ਹਰ ਫੀਲਡ ਦੇ ਵਿੱਚ ਇਹ ਤਿੰਨੀ ਮਸਲੇ ਤਕਰੀਬਨ ਹਰ ਫੀਲਡ ਦੇ ਵਿੱਚ ਮੌਜੂਦ ਹਨ। ਸਹੀ ਹੋ ਗਿਆ ਜੀ, ਠੀਕ ਹੋ ਗਿਆ ਭਾਈ, ਬੜੀ ਮਿਹਰਬਾਨੀ, ਸ਼ੁਕਰੀਆ। ਅਗਰ ਕਿਸੇ ਭਾਈ ਨੇ ਆਪਣਾ ਨਰਮਾ ਚੈੱਕ ਕਰਾਉਣਾ ਹੋਏ ਤਾਂ ਭਾਈ ਨਾਲ ਰਾਬਤਾ ਕਰ ਸਕਦੇ, ਇਹਨਾਂ ਦਾ ਨੰਬਰ ਵੀ ਲੈ ਲਓ। ਹਾਂਜੀ ਭਾਈ, ਕੀ ਨੰਬਰ ਹੈ ਆਪਣਾ? 0306 ਹਾਂਜੀ 900 ਪੂਰਾ 7117। ਇਹ ਜੀ ਸਾਡਾ ਫੋਨ ਨੰਬਰ ਹੈ। ਅਗਰ ਕਿਸੇ ਦੋਸਤ ਨਾਲ ਟੈਲੀਫੋਨਿਕਲੀ ਵੀ ਅਗਰ ਸਾਡੇ ਨਾਲ ਮਸ਼ਵਰਾ ਕਰਨਗੇ, ਸਹੀ ਹੋ ਗਿਆ ਜੀ, ਫੀਲਡ ਵੀ ਚੈੱਕ ਕਰਾਂਗੇ ਔਰ ਉਹਨਾਂ ਨੂੰ ਅੱਛਾ ਮਸ਼ਵਰਾ ਦੇਵਾਂਗੇ। ਜੀ ਔਰ ਅਗਰ ਟੈਲੀਫੋਨਿਕਲੀ ਵੀ ਕਰਨਗੇ ਤਾਂ ਇਨਸ਼ਾਅੱਲਾ ਉਹਨਾਂ ਨੂੰ ਮਸ਼ਵਰਾ ਅੱਛਾ ਦੇਵਾਂਗੇ। ਠੀਕ ਹੋ ਗਿਆ।